ਬਿਸਮਿਲ੍ਲਾਹਿਰਰਹਿਮਾनिर्रहीम। ਅੱਜ ਦਾ ਮੌਜੂ ਇਸ ਲਿਹਾਜ਼ ਨਾਲ ਬੜਾ ਅਹਿਮ ਹੈ ਕਿ ਇਹਦਾ ਤਲਕ ਪਾਕਿਸਤਾਨ ਦੇ ਲੋਕਾਂ ਦੀ ਅਕਸਰੀਅਤ ਦੇ ਨਾਲ ਹੈ। ਇਹ ਲੋਕ ਉਹ ਨੇ ਜਿਨ੍ਹਾਂ ਦਾ ਰੋਜ਼ਗਾਰ ਹੈ ਜ਼ਰਾਤ ਦੇ ਨਾਲ, ਔਰ ਜ਼ਰਈ ਜ਼ਮੀਨਾਂ ਜਿਹੜੀਆਂ ਨੇ ਇਹ ਵੱਡੀ ਤਾਦਾਦ ਦੇ ਵਿੱਚ ਇਹਨਾਂ ਦਾ ਇਸਤੇਮਾਲ ਕਮਰਸ਼ੀਅਲ ਕੀਤਾ ਜਾ ਰਿਹਾ ਹੈ। ਜ਼ਰਖੇਜ਼ ਜ਼ਮੀਨਾਂ ਜਿਹੜੀਆਂ ਨੇ ਇਹਨਾਂ ਦੇ ਕਮਰਸ਼ੀਅਲ ਇਸਤੇਮਾਲ ਦੀ ਵਜ੍ਹਾ ਨਾਲ ਕੀ ਮਸਾਇਲ ਪੈਦਾ ਹੋ ਰਹੇ ਨੇ। ਫੂਡ ਸਿਕਿਉਰਿਟੀ ਦਾ ਮਸਲਾ ਜਿਹੜਾ ਉਹ ਮੁਲਕ ਨੂੰ ਕਿਵੇਂ ਮੁਤਾਸਰ ਕਰ ਸਕਦਾ ਹੈ, ਔਰ ਪ੍ਰਾਪਰਟੀ ਮਾਫੀਆ ਜਿਹੜਾ ਹੈ ਉਹ ਕਿਵੇਂ ਕੰਮ ਕਰ ਰਿਹਾ ਹੈ ਹਕੂਮਤੀ ਔਰ ਅਫਸਰਸ਼ਾਹੀ ਦੇ ਹਲਕਿਆਂ ਦੇ ਵਿੱਚ ਪੈਨੀਟਰੇਟ ਕਰਕੇ। ਔਰ ਉਸ ਤੋਂ ਇਲਾਵਾ ਜਿਹੜੀ ਕਾਨੂੰਨੀ ਪੋਜੀਸ਼ਨ ਹੈ ਇਸ ਜ਼ਮੀਨ ਦੀ ਉਹ ਕਿਸ ਤਰ੍ਹਾਂ ਇਹਨੂੰ ਇਸਤੇਮਾਲ ਕਰਨ ਦੇ ਹਵਾਲੇ ਨਾਲ। ਤੇ ਫਿਰ ਜੇ ਓਵਰਆਲ ਪਾਕਿਸਤਾਨ ਨੂੰ ਜਿਹੜੇ ਇਸ ਪਾਲਿਸੀ ਦੇ ਨਾਲ ਖਤਰਾਤ ਲਾਹਕ ਹੈਗੇ ਨੇ ਉਹਨਾਂ ਦੇ ਉੱਤੇ ਅਸੀਂ ਗੱਲ ਕਰਾਂਗੇ ਅੱਜ। ਤੇ ਸਭ ਤੋਂ ਪਹਿਲੇ ਅਸੀਂ ਗੱਲ ਕਰਨੇ ਆ ਕਿ ਇਹ ਮੌਜੂ ਜਿਹੜਾ ਹੈ ਇਹਦੇ ਉੱਤੇ ਸਾਨੂੰ ਗੱਲ ਕਰਨ ਦੀ ਜ਼ਰੂਰਤ ਕਿਉਂ ਪਈ। ਜ਼ਰੂਰਤ ਇਸ ਵਾਸਤੇ ਪਈ ਹੈ ਕਿ ਪੰਜਾਬ ਹਕੂਮਤ ਨੇ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਇੱਕ ਬੈਨੁਲ ਵਜ਼ਾਰਤੀ ਕਮੇਟੀ ਬਣਾਈ ਪੰਜਾਬ ਦੇ ਵਿੱਚ, ਔਰ ਉਹਨੂੰ ਕਿਹਾ ਗਿਆ ਕਿ ਜਿਹੜੀ ਜ਼ਮੀਨ ਹੈਗੀ ਜ਼ਰਈ ਇਹਦੇ ਕਮਰਸ਼ੀਅਲ ਇਸਤੇਮਾਲ ਨੂੰ ਰੈਗੂਲਰਾਈਜ਼ ਕਰਨ ਵਾਸਤੇ ਉਹ ਕਮੇਟੀ ਕੰਮ ਕਰੇ। ਇਹਦੇ 'ਚ 3-4 ਮਿਨਿਸਟਰ ਸ਼ਾਮਿਲ ਕੀਤੇ ਗਏ। ਕਈ ਦਿਨ ਦੇ ਬਾਅਦ ਉਹਨਾਂ ਮਿਨਿਸਟਰ ਦੀ ਜਿਹੜੀ ਕਮੇਟੀ ਹੈ ਉਹਨੇ ਅੱਗੇ ਕਈ ਕਮੇਟੀਆਂ ਹੋਰ ਬਣਾਉਣ ਦੀ ਤਜਵੀਜ਼ ਦਿੱਤੀ। ਉਹਨਾਂ ਕਿਹਾ ਜੀ ਇਹ ਜ਼ੈਲੀ ਕਮੇਟੀਆਂ ਜਿਹੜੀਆਂ ਨੇ ਇਹ ਪੂਰੇ ਪੰਜਾਬ ਦਾ ਡਾਟਾ ਇਕੱਠਾ ਕਰਨਗੀਆਂ ਜ਼ਮੀਨਾਂ ਦੀ, ਤੇ ਉਸ ਤੋਂ ਬਾਅਦ ਫਿਰ ਅਸੀਂ ਵੇਖਾਂਗੇ ਕਿ ਕੀ ਕੀਤਾ ਜਾਂਦਾ ਹੈ। ਤਾਂ ਮਜ਼ਾਕ ਦੀ ਗੱਲ ਕਿ ਜਦੋਂ ਪਟਵਾਰ ਸਿਸਟਮ ਤੁਹਾਡੇ ਕੋਲ ਹੈਗਾ ਵੇ ਔਰ ਹਰ ਜਗ੍ਹਾ ਤੇ ਰਿਕਾਰਡ ਮੌਜੂਦ ਹੈ, ਤੇ ਫਿਰ ਏਡੇ ਲੰਮੇ ਚੌੜੇ ਟਾਈਮ ਲੈਣ ਦਾ ਕੀ ਫਾਇਦਾ। ਲੇਕਿਨ ਉਹ ਗੱਲ ਹੈ ਨਾ ਕਿ ਜਦੋਂ ਕੋਈ ਕੰਮ ਕਰਨਾ ਹੋਵੇ ਤੇ ਨਾਲ ਕੁਝ ਆਪਣਾ ਕੰਮ ਵੀ ਕਰ ਲਈਦਾ, ਤੇ ਸ਼ਾਇਦ ਕੋਈ ਆਪਣਾ ਕੰਮ ਕਰਨ ਵਾਸਤੇ ਇਹ ਰੈਗੂਲਰਾਈਜ਼ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ। ਪਾਕਿਸਤਾਨ ਦੇ ਵਿੱਚ ਕਮ ਅਜ਼ ਕਮ ਮਿਸਾਲਾਂ ਇੰਜ ਦੀਆਂ ਹੀ ਮਿਲਦੀਆਂ ਨੇ, ਵਰਨਾ ਹਕੂਮਤ ਇੱਥੇ ਮੁਸਲਿਮ ਲੀਗ ਦੀ ਪਹਿਲੇ ਰਹੀ, ਉਸ ਤੋਂ ਪਹਿਲੇ ਪੀਪਲਜ਼ ਪਾਰਟੀ ਦੀ ਵੀ ਇੱਕ ਦੌਰ 'ਚ ਇੱਥੇ ਹਕੂਮਤ ਰਹੀ ਹੈ, ਫਿਰ ਤਹਿਰੀਕ ਇਨਸਾਫ ਦੀ ਵੀ ਰਹੀ ਹੈ ਪਿਛਲੇ ਕੁਝ ਅਰਸਾ ਪਹਿਲੇ, ਤੇ ਉਸ ਤੋਂ ਬਾਅਦ ਫਿਰ ਮੁਸਲਿਮ ਲੀਗ ਪੀਡੀਐਮ ਦੀ ਸ਼ਕਲ 'ਚ ਆਈ, ਤੇ ਹੁਣ ਦੁਬਾਰਾ ਇੱਥੇ ਗਵਰਨਮੈਂਟ ਉਹਨਾਂ ਦੀ। ਤੇ ਅਗਰ ਕਰਨਾ ਹੋਵੇ ਤੇ ਬਹੁਤ ਸਾਰਾ ਕੰਮ ਪਹਿਲੇ ਵੀ ਹੋ ਸਕਦਾ ਸੀ, ਮਸਾਇਲ ਵੀ ਹੈਗੇ ਸਨ। ਲੇਕਿਨ ਮਸਾਇਲ ਜਦੋਂ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਸਾਡੇ ਜਿਹੜੇ ਹੁਕਮਰਾਨ ਤਬਕਾਤ ਨੇ ਉਹਦੇ ਵਿੱਚ ਕੋਈ ਨਾ ਕੋਈ ਆਪਣਾ ਲੋਭ ਤੇ ਕੋਈ ਨਾ ਕੋਈ ਆਪਣਾ ਫਾਇਦਾ ਰੱਖ ਕੇ ਸੋਚਦੇ ਨੇ। ਤੇ ਮੈਨੂੰ ਇਹਦੇ ਵਿੱਚ ਵੀ ਇੰਝ ਹੀ ਲੱਗਾ ਹੈ ਕਿ ਇਹਦੇ ਵਿੱਚ ਕੋਈ ਇਹਨਾਂ ਦਾ ਆਪਣਾ ਮਾਮਲਾ ਹੈਗਾ ਵੇ। ਉਹ ਮਾਮਲਾ ਕਿਵੇਂ ਸਾਹਮਣੇ ਆਉਂਦਾ ਵੇ ਉਹ ਵੀ ਮੈਂ ਤੁਹਾਨੂੰ ਦੱਸਾਂਗਾ। ਲੇਕਿਨ ਸਰੇ ਦਸਤ ਮੈਂ ਤੁਹਾਨੂੰ ਇਹ ਦੱਸਾਂ ਕਿ ਪਾਕਿਸਤਾਨ ਇੱਕ ਜ਼ਰਾਈ ਮੁਲਕ ਹੈ, ਔਰ ਅਸੀਂ ਜਿਵੇਂ ਦੱਸਿਆ ਕਿ ਲੋਕਾਂ ਦਾ ਅਕਸਰ ਦਾ ਰੋਜ਼ਗਾਰ ਜ਼ਰਾਤ ਦੇ ਹਵਾਲੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ। ਪਰ ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਮੁਲਕ ਦਾ ਜਿਹੜਾ ਫੂਡ ਦਾ ਇੰਪੋਰਟ ਬਿੱਲ ਹੈ, ਯਾਨੀ ਫੂਡ ਜਿਹੜੀ ਖੁਰਾਕ ਨੂੰ ਅਸੀਂ ਦਰਾਮਦ ਕਰਨ ਵਾਸਤੇ ਜਿਹੜਾ ਸਾਲਾਨਾ ਖਰਚ ਕਰਨ ਡਏ ਆ ਪੈਸੇ, ਉਹ 8 ਅਰਬ ਡਾਲਰ ਹੈ। ਅਸੀਂ ਹੁਣ ਹੀ ਹਾਲੇ IMF ਨੂੰ ਮਿੰਤ ਤਰਲਾ ਕੀਤਾ ਹੈ ਕਿ 7 ਤੋਂ 8 ਅਰਬ ਡਾਲਰ ਦਾ ਸਾਨੂੰ ਕਰਜ਼ਾ ਹੋਰ ਦੇ ਦੇ। ਤੇ 8 ਜਾਂ 7 ਅਰਬ ਡਾਲਰ ਸਾਡੇ ਵਾਸਤੇ ਏਡੇ ਅਹਿਮ ਹੈਗੇ ਨੇ ਕਿ ਮੁਲਕ ਚਲਾਉਣ ਵਾਸਤੇ ਬਹੁਤ ਵੱਡੀ ਰਕਮ। ਤੇ ਇੰਨੇ ਪੈਸਿਆਂ ਦੀ ਅਸੀਂ ਬਾਹਰੋਂ ਖੁਰਾਕ ਲੈਣ ਡਏ ਆ, ਉਹਦੇ 'ਚ ਗੰਦਮ ਹੈ, ਉਹਦੇ 'ਚ ਚੀਨੀ ਆ ਜਾਂਦੀ, ਉਹਦੇ 'ਚ ਦਾਲਾਂ ਆ ਜਾਂਦੀਆਂ ਨੇ। ਤੇ ਐਡਾ ਵੱਡਾ ਮੁਲਕ ਜਿਹਦੇ ਕੋਲ ਬਹੁਤ ਸਾਰਾ ਰਕਬਾ ਹਾਲੇ ਤੱਕ ਗੈਰ ਕਾਸ਼ਤਾ ਪਿਆ, ਔਰ ਸਾਰੀ ਸਲਾਹੀਅਤ ਵੀ ਸਾਰੇ ਮੌਸਮ ਵੀ ਹੈਗੇ ਨੇ ਉੱਥੇ, ਤੇ ਨਹੀਂ ਹੋ ਰਿਹਾ। ਤੇ ਇਹ ਕੌਣ ਨਹੀਂ ਕਰਨ ਦੇਣਗਾ। ਇਹ ਵੀ ਗੱਲ ਹੈ, ਇਹ ਸਵਾਲ ਤੁਹਾਡੇ ਵਾਸਤੇ ਮੈਂ ਛੱਡਣਾ, ਤੁਸੀਂ ਇਰਦ ਗਿਰਦ ਵੇਖੋ। ਫਿਰ ਵਰਲਡ ਬੈਂਕ ਦੀ ਇੱਕ ਰਿਪੋਰਟ ਹੈ ਕਿ 1960 ਦੇ ਵਿੱਚ ਪਾਕਿਸਤਾਨ ਦੇ ਜਿਹੜੇ ਜ਼ਰਈ ਸ਼ੋਬਾ ਸੀ ਇਹ ਮਜਮੂਈ GDP ਦਾ ਉਹਦਾ ਹਿੱਸਾ ਜਿਹੜਾ 43% ਸੀ, 43%। ਤੇ ਹੁਣ ਇਹ ਹਿੱਸਾ ਘਟ ਕੇ 23% ਹੋ ਗਿਆ। ਇਹ ਦੂਜਾ ਹਿੱਸਾ ਕੌਣ ਖਾ ਗਿਆ? ਉਹ ਇੰਡਸਟਰੀ ਦਾ ਲੈ ਗਈ ਹੈ, ਕੁਝ ਰੀਅਲ ਸਟੇਟ ਲੈ ਗਈ, ਕੁਝ ਜਨਾਬ ਬਾਹਰੋਂ ਜਿਹੜੇ ਰਕਮਾਂ ਆ ਰਹੀਆਂ ਨੇ, ਸਾਨੂੰ ਤਰਸੀਲਾਤ ਆ ਰਹੀਆਂ ਨੇ, ਉਹ ਉਹਦੇ ਵਿੱਚ ਪੈ ਗਿਆ। ਲੇਕਿਨ ਜਿਹੜਾ GDP ਸਾਡਾ ਹੈਗਾ ਵੀ ਪ੍ਰੋਡਕਸ਼ਨ ਦੇ ਅਮਲ ਦੇ ਨਾਲ ਜਿਹੜਾ ਪੈਸੇ ਸਾਨੂੰ ਜਮ੍ਹਾਂ ਹੁੰਦੇ ਨੇ ਮੁਲਕ ਨੂੰ ਪੂਰੇ ਨੂੰ, ਉਹਦੇ ਵਿੱਚ ਜ਼ਰਾਤ ਦਾ ਹਿੱਸਾ ਸੁਕੜਨ ਦਾ ਮਤਲਬ ਇਹ ਕਿ ਇਹ ਸ਼ੋਬਾ ਮੁਸਲਸਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਵੇ। ਸਾਡੇ ਕੋਲ ਐਸਟ ਹੈ ਜ਼ਮੀਨ, ਔਰ ਉਸ ਐਸਟ ਤੋਂ ਅਸੀਂ ਫਾਇਦਾ ਨਹੀਂ ਚੁੱਕ ਪਾ ਰਹੇ। ਫਿਰ ਇੱਕ ਸਰਵੇ ਦੱਸਦਾ ਕਿ ਫੂਡ ਸ਼ਾਰਟੇਜ ਦਾ ਸ਼ਿਕਾਰ ਮੁਲਕਾਂ ਦੀ ਜਿਹੜੀ ਰੈਂਕਿੰਗ ਹੈ 116 ਮੁਲਕਾਂ ਦੇ ਵਿੱਚੋਂ ਪਾਕਿਸਤਾਨ ਦਾ ਨੰਬਰ 92 ਹੈ। ਯਾਨੀ 92 ਨੰਬਰ ਤੇ ਹੈਗਾ ਵੇ ਜਿੱਥੇ ਫੂਡ ਸ਼ਾਰਟੇਜ ਦਾ ਖਤਰਾ ਮੌਜੂਦ ਹੈ। ਤੇ ਇਹਦੇ ਮੁਕਾਬਲੇ 'ਚ ਜਿਹੜਾ ਇੰਡੀਆ ਵੇ ਉਹ 101 ਨੰਬਰ ਤੇ।
ਯਾਨੀ ਉਹ ਪਾਕਿਸਤਾਨ ਨਾਲੋਂ ਜ਼ਿਆਦਾ ਮਹਿਫੂਜ਼ ਹੈਗਾ ਵੇ। ਜੇ ਪਾਕਿਸਤਾਨ ਦੇ ਲਾਗੇ ਕੋਈ ਮੁਲਕ ਦੋ ਹੈਗੇ ਨੇ ਤਾਂ ਸ੍ਰੀਲੰਕਾ ਤੇ ਬੰਗਲਾਦੇਸ਼ ਹੈਗੇ। ਉਹਦੀ ਵਜ੍ਹਾ ਵੀ ਇਹ ਵੇ ਕਿ ਉੱਥੇ ਜ਼ਿਆਦਾ ਦਰਿਆਈ ਤੇ ਸਮੁੰਦਰੀ ਇਲਾਕਾ ਵੇ ਤੇ ਪਾਕਿਸਤਾਨ ਵਰਗੇ ਵੱਡਾ ਇਲਾਕਾ ਜਿਹਦੇ ਕੋਲ ਜ਼ਮੀਨ ਬਹੁਤ ਸਾਰੀ ਉਹਦਾ ਫੂਡ ਸ਼ਾਰਟੇਜ ਦੇ ਸ਼ਿਕਾਰ ਮੁਲਕਾਂ ਦੇ ਵਿੱਚ ਲਿਸਟ ਵਿੱਚ ਜਾਣਾ, ਇਹ ਇਸ ਤੋਂ ਇਲਾਵਾ ਕੀ ਇਹਨੂੰ ਕਿਹਾ ਜਾਵੇ ਕਿ ਸਾਡੀਆਂ ਹਕੂਮਤਾਂ ਦਾ ਇਹਦੇ 'ਚ ਅਮਲ ਦਖਲ ਮੁਜਰਮਾਨਾ ਹੈਗਾ। ਫਿਰ ਇਹਦੇ ਵਿੱਚ ਇਹ ਆਉਂਦਾ ਕਿ ਪਾਕਿਸਤਾਨ ਦੇ ਫੂਡ ਸਿਕਿਉਰਿਟੀ ਦੇ ਮਸਾਇਲ ਕਿਉਂ ਪੈਦਾ ਹੋਏ ਨੇ। ਮਸਾਇਲ ਇਸ ਵਾਸਤੇ ਪੈਦਾ ਹੋਏ ਕਿ 30 ਏਕੜ ਦੀ ਪੈਦਾਵਾਰ ਹੈ ਉਹ ਅਸੀਂ ਨਹੀਂ ਵਧਾਈ। ਮੈਂ ਪਹਿਲੇ ਵੀ ਇਹ ਕਿਸੇ ਵਲੌਗ ਦੇ ਵਿੱਚ ਗੱਲ ਕਰ ਚੁੱਕਿਆ ਕਿ ਪਾਕਿਸਤਾਨ ਦੀ ਗੰਦਮ ਜਿਹੜੀ ਹੈ 30 ਏਕੜ ਉਹ 35 ਮਣ ਦੇ ਕਰੀਬ ਹੁੰਦੀ, ਜਦੋਂ ਕਿ ਇੰਡੀਆ ਦੇ ਵਿੱਚ 80 ਮਣ ਹੁੰਦੀ। ਉਹੀ ਇੱਕ ਕਿੱਲਾ ਜ਼ਮੀਨ ਹੈ, ਲੇਕਿਨ ਉਹ ਸਾਡੇ ਨਾਲੋਂ ਡਬਲ ਤੋਂ ਵੀ ਜ਼ਿਆਦਾ ਕਮਾ ਰਹੇ ਨੇ ਉਹਦੇ ਵਿੱਚੋਂ। ਤੇ ਹੁਣ ਦੀ ਸੂਰਤ ਹਾਲ ਤਾਂ ਬਹਰਹਾਲ ਉਹ ਬਿਲਕੁਲ ਹੀ ਵੱਖਰੀ ਹੋ ਗਈ ਕਿ ਤੁਸੀਂ ਕਿਸਾਨਾਂ ਨੂੰ ਨੇਜ਼ਿਆਂ ਤੇ ਟੰਗ ਦਿੱਤਾ ਤੇ ਉਹ ਅਲੱਗ ਗੱਲ। ਫਿਰ ਗਲੋਬਲ ਵਾਰਮਿੰਗ ਜਿਹੜੀ ਇੱਥੇ ਮੌਸਮੀਆਤੀ ਤਗਯਰਾਤ ਜਿਹੜੇ ਵਾਕਈ ਹੋ ਰਹੇ ਨੇ ਸਾਡੇ ਖਿੱਤੇ ਦੇ ਵਿੱਚ, ਔਰ ਅਸੀਂ ਬਤੌਰ ਇਨਫਰਾਦੀ ਸਤ੍ਹਾ ਦੇ ਉੱਤੇ, ਸ਼ਹਿਰੀ ਦੇ ਤੌਰ ਤੇ ਤੇ ਹਕੂਮਤੀ ਸਤ੍ਹਾ ਤੇ ਵੇਖਣ ਡਏ ਆ ਆਪਣੇ ਆਪ ਨੂੰ ਤਬਾਹ ਹੁੰਦਾ ਤੇ ਕੋਈ ਐਸੀ ਮਨਸੂਬਾਬੰਦੀ ਨਹੀਂ ਕਰਨ ਡਏ ਕਿ ਜਿਹਦੇ ਨਾਲ ਗਲੋਬਲ ਵਾਰਮਿੰਗ 'ਚ ਕਮੀ ਹੋਵੇ। ਹਾਂ, ਕੁਝ ਲੋਕ ਜਿਹੜੇ ਨੇ ਇਨਫਰਾਦੀ ਸਤ੍ਹਾ ਦੇ ਉੱਤੇ ਜਿਨ੍ਹਾਂ ਨੂੰ ਦਰਦ ਦਿਲ ਹੈ ਉਹ ਪਲਾਂਟੇਸ਼ਨ ਕਰ ਦਿੰਦੇ ਨੇ, ਇਸ ਤੋਂ ਜ਼ਿਆਦਾ ਗੱਲ ਨਹੀਂ। ਲੇਕਿਨ ਇਹ ਕਾਫੀ ਨਹੀਂ ਹੈਗਾ। ਸਾਨੂੰ ਜਿਹੜੇ ਰਿਜ਼ਰਵਾਇਰ ਹੈਗੇ ਨੇ ਪਾਣੀ ਦੇ ਉਹ ਬਣਾਉਣ ਦੀ ਜ਼ਰੂਰਤ ਹੈ। ਸਾਨੂੰ ਉਹ ਸੈਲਾਬੀ ਇਲਾਕੇ ਜਿਹੜੇ ਨੇ ਉਹਨਾਂ ਦੀ ਹਿਫਾਜ਼ਤ ਕਰਨ ਦਾ ਇੰਤਜ਼ਾਮ ਹੋਣਾ ਚਾਹੀਦਾ ਸਾਡੇ ਕੋਲ। ਸਾਡੇ ਕੋਲ ਮੌਸਮ ਦੀ ਸ਼ਿੱਦਤ ਘਟਾਉਣ ਵਾਸਤੇ ਜਿਹੜੀ ਟੈਕਨੋਲੋਜੀ ਇਸਤੇਮਾਲ ਹੋ ਸਕਦੀ ਉਹ ਕਰਨੀ ਚਾਹੀਦੀ, ਲੇਕਿਨ ਕਿਸੇ ਜਗ੍ਹਾ ਦੇ ਉੱਤੇ ਕੁਝ ਨਹੀਂ ਹੋ ਰਿਹਾ। ਤੇ ਉਸ ਤੋਂ ਬਾਅਦ ਫਿਰ ਇਹ ਵੇ ਕਿ ਜਿਹੜਾ ਮਾਮਲਾ ਅਸੀਂ ਸ਼ੁਰੂ 'ਚ ਡਿਸਕਸ ਕੀਤਾ ਤੇ ਸਾਡਾ ਮੇਨ ਮੌਜੂ ਇਹ ਸਾਰੀ ਚੀਜ਼ਾਂ ਉਹਦੇ ਵਿੱਚ ਰਲਣਗੀਆਂ ਜਾ ਕੇ। ਉਹ ਇਹ ਵੇ ਕਿ ਜ਼ਰਖੇਜ਼ ਜ਼ਮੀਨਾਂ ਜਿਹੜੀਆਂ ਨੇ ਉੱਥੇ ਹਾਊਸਿੰਗ ਸੁਸਾਇਟੀਆਂ ਬਣਾਈਆਂ ਜਾ ਰਹੀਆਂ ਨੇ, ਔਰ ਗਵਰਨਮੈਂਟ ਦੇ ਡਾਕੂਮੈਂਟ ਦੱਸਦੇ ਨੇ ਕਿ ਪੰਜਾਬ ਦੀ 30% ਜਿਹੜੀ ਜ਼ਰਖੇਜ਼ ਜ਼ਮੀਨਾਂ ਸਨ, ਜਿੱਥੇ ਫਸਲਾਂ ਹੁੰਦੀਆਂ ਸੀ, ਜਿੱਥੇ ਸਬਜ਼ੀਆਂ ਹੁੰਦੀਆਂ ਸੀ, ਜਿੱਥੇ ਫਲ ਹੁੰਦੇ ਸਨ, ਉਹ ਜ਼ਮੀਨਾਂ ਦਾ 30% ਹਿੱਸਾ ਜਿਹੜਾ ਹੈ ਉਹ ਹਾਊਸਿੰਗ ਸੁਸਾਇਟੀਆਂ ਬਣਾਤੀਆਂ। ਇਹ ਕਿਉਂ ਹੋਇਆ? ਇਹਦੀ ਇਜਾਜ਼ਤ ਕੌਣ ਦਿੰਦਾ ਹੈ? ਕਿਵੇਂ ਮਿਲਦੀ ਇਜਾਜ਼ਤ? ਔਰ ਇਸ ਇਜਾਜ਼ਤ ਲੈਣ ਦੇ ਵਿੱਚ ਕੌਣ ਕੌਣ ਫਾਇਦੇ ਦੇ ਵਿੱਚ ਹਿੱਸੇਦਾਰ ਹੈ? ਇਹ ਵੀ ਸੋਚਣ ਵਾਲੀ ਗੱਲ ਹੈ। ਲੇਕਿਨ ਸਿਰਫ ਸੋਚ ਨਹੀਂ, ਮੈਂ ਤੁਹਾਨੂੰ ਆਖਰ ਦੇ ਉੱਤੇ ਕੁਝ ਕਨਕਲੂਡ ਕਰਾਂਗਾ। ਇਸੇ ਤਰ੍ਹਾਂ ਲਾਹੌਰ ਹਾਈ ਕੋਰਟ ਨੇ ਜਨਾਬ ਇੱਕ ਫੈਸਲਾ ਦਿੱਤਾ 3 ਸਾਲ ਪਹਿਲੇ ਕਿ ਗੈਰ ਕਾਨੂੰਨੀ ਜਿਹੜੀ ਹਾਊਸਿੰਗ ਸਕੀਮਾਂ ਨੇ ਉਹਦੀ ਤਾਮੀਰ ਬੰਦ ਕਰ ਦਿੱਤੀ। ਔਰ ਇੱਕ ਰਿਪੋਰਟ ਇਹ ਵੀ ਪੇਸ਼ ਹੋਈ ਉੱਥੇ ਕਿ ਮੁਲਕ ਦੇ ਵਿੱਚ 8672 ਮਜਮੂਈ ਤੌਰ ਤੇ ਪੰਜਾਬ ਦੀ ਗੱਲ ਮੈਂ ਕਰਨਾ, 8672 ਸਕੀਮਾਂ ਨੇ, ਜਿਨ੍ਹਾਂ ਵਿੱਚੋਂ 6000 ਸਕੀਮਾਂ ਗੈਰ ਕਾਨੂੰਨੀ ਨੇ। ਅੱਛਾ, ਕੋਰਟ ਨੇ ਗੈਰ ਕਾਨੂੰਨੀ ਬਣਾਉਣ ਤੋਂ ਮਨਾ ਕਰ ਦਿੱਤਾ, ਲੇਕਿਨ ਸਕੀਮਾਂ ਬਣੀ ਜਾ ਰਹੀਆਂ, ਉਹਨਾਂ ਦੀ ਤਾਦਾਦ 'ਚ ਇਜ਼ਾਫਾ ਹੋਈ ਜਾ ਰਿਹਾ। ਤੇ ਇਹ ਕੌਣ ਕਰ ਰਿਹਾ? ਤਾਕਤਵਰੀ ਹਲਕੇ ਕਰਨ ਡਏ ਨੇ ਨਾ, ਉਹ ਸਿਆਸਤਦਾਨ ਔਰ ਉਹਨਾਂ ਦੇ ਉਹ ਏਜੰਟ ਜਿਹੜੇ ਉਹਨਾਂ ਕੋਲੋਂ MPA ਦਾ MNA ਦੇ ਟਿਕਟ ਵੀ ਲੈਂਦੇ ਨੇ, ਔਰ ਉਹ ਸਿਆਸਤਦਾਨਾਂ ਦੇ ਆਪਣੇ ਕੌਮੀ ਰਹਿਨੁਮਾਵਾਂ ਦੇ ਖਰਚੇ ਚੁੱਕਦੇ ਨੇ। ਮੈਂ ਤੁਹਾਨੂੰ ਦੱਸਾਂ ਕਿ ਲਾਹੌਰ ਦੇ ਵਿੱਚੋਂ ਜਿਹੜਾ ਸੂਬਾਈ ਕਮੀਨਾ ਦੇ ਵਿੱਚ ਜਿਹੜੇ ਵਜ਼ੀਰ ਬਣਾਏ ਗਏ ਨੇ ਨਾ, ਉਹ 90% ਉਹ ਲੋਕ ਨੇ ਜਿਹੜੇ ਪ੍ਰਾਪਰਟੀ ਦਾ ਕੰਮ ਕਰਦੇ। ਲਾਹੌਰ ਦੇ ਵਿੱਚੋਂ ਮੁਸਲਿਮ ਲੀਗ ਨੂਨ ਦੀ ਗਵਰਨਮੈਂਟ ਨੇ ਜਿੰਨੇ ਵਜ਼ੀਰ ਬਣਾਏ ਨੇ, ਉਹ 90% ਉਹ ਲੋਕ ਨੇ ਜਿਨ੍ਹਾਂ ਦਾ ਕੰਮ ਹੈ ਪ੍ਰਾਪਰਟੀ ਦਾ, ਯਾਨੀ ਜ਼ਰਈ ਜ਼ਮੀਨਾਂ ਨੂੰ ਜਿਹੜੇ ਹਾਊਸਿੰਗ ਸੁਸਾਇਟੀਆਂ ਬਣਾ ਰਹੇ ਨੇ ਜਾਂ ਹਾਊਸਿੰਗ ਸੁਸਾਇਟੀਆਂ ਨੂੰ ਜ਼ਮੀਨਾਂ ਐਕਵਾਇਰ ਕਰਕੇ ਦਿੰਦੇ ਨੇ ਗਰੁੱਪ ਦੀ ਸ਼ਕਲ ਦੇ ਵਿੱਚ, ਆਪਣਾ ਤਾਕਤ ਔਰ ਅਸਰ ਰਸੂਖ ਇਸਤੇਮਾਲ ਕਰ। ਤੇ ਇਹਦੇ ਨਾਲ ਮੁਲਕ ਦੀ ਜਿਹੜੀ ਆਬਾਦੀ ਦਾ ਮਸਲਾ ਪੈਦਾ ਹੋ ਰਿਹਾ ਵੇ, ਲੋਕਾਂ ਨੂੰ ਸਸਤੇ ਮਕਾਨ ਨਹੀਂ ਮਿਲ ਰਹੇ ਕਿਉਂਕਿ ਵੱਡੀਆਂ ਹਾਊਸਿੰਗ ਸਕੀਮਾਂ ਬਣਦੀਆਂ, ਮਹਿੰਗੇ ਉੱਥੇ ਰੇਟ ਹੁੰਦੇ ਨੇ। ਨਾਲ ਇਹ ਵੀ ਫੂਡ ਸਿਕਿਉਰਿਟੀ ਦਾ ਮਸਲਾ ਹੋ ਗਿਆ ਪੈਦਾ ਕਿ ਉਹ ਜ਼ਰਈ ਜ਼ਮੀਨਾਂ ਦੇ ਉੱਤੇ ਕਣਕਾਂ ਦੀ ਬਜਾਏ ਜਦੋਂ ਮਹਿਲ ਉੱਗਣਗੇ, ਉਹ ਮੇਰਾ ਇੱਕ ਸ਼ੇਰ ਹੈ ਨਾ, ਖੌਰੇ ਕਿਹੜਾ ਬੀ ਲਾ ਬੈਠੇ ਮਹਿਲ ਉੱਗੇ ਕਣਕਾਂ ਦੀ ਥਾਂ, ਉੱਡਦੀ ਧੂੜ ਤੇ ਸ਼ਾਮ ਦਾ ਵੇਲਾ, ਪਿੰਡ ਦਾ ਰਾਹ ਤੇ ਮੇਰੀ ਮਾਂ। ਤੇ ਜਨਾਬ ਇਹ ਜਿਹੜੀਆਂ ਹਾਊਸਿੰਗ ਸੁਸਾਇਟੀਆਂ ਬਣੀ ਜਾ ਰਹੀਆਂ ਤੇ ਬਣਾਈਆਂ ਜਾ ਰਹੀਆਂ ਨੇ, ਇਹਦੇ ਹਵਾਲੇ ਨਾਲ ਕੋਈ ਰੈਗੂਲਰਾਈਜੇਸ਼ਨ ਨਹੀਂ ਹੈ। ਤੇ
ਮਾਹਿਰੀਨ ਜਿਨ੍ਹਾਂ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਨੇ ਕਿ ਇੱਕ ਤਾਂ ਇਹ ਹੋਣਾ ਚਾਹੀਦਾ ਕਿ ਜਿਹੜਾ ਪਲਾਟ ਵਿਹਲਾ ਪਿਆ ਨਾ ਉਹਦੇ ਤੇ ਨਾਨ ਯੂਟੀਲਾਈਜੇਸ਼ਨ ਟੈਕਸ ਲਾ ਦਿੱਤਾ ਜਾਵੇ, ਫਿਰ ਆਬਾਦੀ ਕੰਟਰੋਲ ਕੀਤੀ ਜਾਵੇ, ਔਰ ਉਸ ਤੋਂ ਬਾਅਦ ਜਿਹੜਾ ਸਟੇਟ ਆਪਣਾ ਕਿਰਦਾਰ ਅਦਾ ਕਰੇ। ਤੇ ਸਭ ਨਾਲੋਂ ਵੱਡੀ ਗੱਲ ਇਹ ਵੇ ਕਿ ਜਿਹੜਾ ਕਿਸਾਨ ਨੂੰ ਵਾਰ-ਵਾਰ ਠੱਗਿਆ ਜਾਂਦਾ ਹੈ, ਉਹਦੀਆਂ ਜ਼ਮੀਨਾਂ ਨੂੰ ਖਾਬ ਵਹਾ ਕੇ ਉਹਦੇ ਕੋਲੋਂ ਖੋਹ ਲਿਆ ਜਾਂਦਾ ਹੈ, ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਮੈਂ ਤਾਂ ਇਹ ਕਰਨਾ ਵਾ ਕਿ ਜੋ ਪੰਜਾਬ ਹਕੂਮਤ ਜ਼ਮੀਨਾਂ ਨੂੰ ਰੈਗੂਲਰਾਈਜ਼ ਕਰਨ ਦੇ ਜਿਹੜਾ ਪਲਾਨ ਕਰਨ ਡਈ, ਔਰ ਹਾਲੇ ਤੱਕ ਸਾਨੂੰ ਇੰਝ ਹੀ ਲੱਗਾ ਕਿ ਗੋਲ ਇੱਕ ਕਮੇਟੀ ਤੋਂ ਦੂਸਰੀ, ਦੂਸਰੀ ਕਮੇਟੀ ਤੋਂ ਤੀਸਰੀ ਕਮੇਟੀ ਨੂੰ ਦਿੱਤਾ ਜਾ ਰਿਹਾ ਹੈ, ਔਰ ਉਹਦੇ ਵਿੱਚੋਂ ਨਿਕਲ ਕੁਝ ਨਹੀਂ ਰਿਹਾ। ਤੇ ਮੈਨੂੰ ਇਹ ਲੱਗਦਾ ਹੈ, ਮੈਨੂੰ ਸ਼ੱਕ ਹੈ ਕਿ ਇਹ ਮਾਮਲਾ ਵੀ ਕਿਤੇ ਕਿਸਾਨਾਂ ਦੇ ਖਿਲਾਫ ਹੀ ਨਾ ਜਾਵੇ, ਤੇ ਇਹ ਹੋਣਾ ਨਹੀਂ ਚਾਹੀਦਾ। ਕਿਸਾਨ ਅੱਗੇ ਹੀ ਬੜੇ ਤੰਗ ਨੇ, ਉਹਨਾਂ ਦੇ ਉੱਤੇ ਹਕੂਮਤ ਰਹਿਮ ਕਰੇ।